ਹੈਲੋ ਦੋਸਤੋ, ਵੈਲਕਮ ਟੂ ਸਿੱਧੀ ਪੰਜਾਬ। ਕਰੰਟ ਅਫੇਅਰਸ ਦੀ ਡਿਸਕਸ਼ਨ ਲਈ ਆਪਾਂ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਰਾਈਟ, ਕਰੰਟ ਅਫੇਅਰਸ ਡਿਸਕਸ਼ਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਸਾਡੇ ਕੋਰਸਿਸ ਜਿਹੜੇ ਆਪਦੇ ਆਨਲਾਈਨ ਜਿਹੜੇ ਚੱਲ ਰਹੇ ਨੇ। ਪਹਿਲਾ ਪੰਜਾਬ PCS ਲਈ ਡੈਡੀਕੇਟਿਡ ਟੈਸਟ ਸੀਰੀਜ਼ ਅਸੀਂ ਚਲਾ ਰਹੇ ਹਾਂ ਤਾਂ ਕਿ ਤੁਹਾਡੀ ਡੈਡੀਕੇਟਿਡ ਪ੍ਰੈਪਰੇਸ਼ਨ ਹੋ ਸਕੇ। ਦੇਖੋ, ਤੁਹਾਡੇ ਸਾਰੇ ਐਗਜ਼ਾਮਸ ਆਲਮੋਸਟ ਕੰਪਲੀਟ ਹੋ ਚੁੱਕੇ ਆ। ਹੁਣ UPSC ਹੋਵੇ, ਨੈਬ ਦਾ ਹੋਵੇ, ਮੋਸਟ ਆਫ ਦੀ ਵੱਡੇ ਐਗਜ਼ਾਮਸ ਜਿਹੜੇ ਹੈ ਉਹ ਕੰਪਲੀਟ ਹੋ ਚੁੱਕੇ ਨੇ। ਹੁਣ ਤੁਹਾਡਾ ਟਾਰਗੇਟ ਪੰਜਾਬ PCS ਡੈਡੀਕੇਟਿਡਲੀ ਹੋਣਾ ਚਾਹੀਦਾ ਹੈ, ਸਪੈਸ਼ਲੀ ਉਹ ਬੱਚੇ ਜਿਨ੍ਹਾਂ ਦਾ UPSC ਪ੍ਰੀਲਿਮਸ ਨਹੀਂ ਕਲੀਅਰ ਹੋਇਆ ਜਾਂ ਹੋਰ ਐਗਜ਼ਾਮ ਜਿਹੜੇ ਉਹ ਟਰਾਈ ਕਰ ਰਹੇ ਸੀਗੇ ਉਹ ਹਜੇ ਪੂਰ ਨਹੀਂ ਚੜੇ ਨੇ। ਰਾਈਟ, ਤਾਂ ਆਪਾਂ ਹੁਣ ਇਹ ਕੋਸ਼ਿਸ਼ ਕਰਨੀ ਹੈ ਕਿ ਪੰਜਾਬ PCS ਜਦੋਂ ਵੀ ਡਿਕਲੇਅਰ ਹੋਵੇ ਆਪਣੀ ਇੰਨੀ ਤਿਆਰੀ ਹੋਵੇ ਕਿ ਸਾਡਾ ਪ੍ਰੀਲਿਮਸ, ਮੇਨਸ, ਇੰਟਰਵਿਊ ਹਰ ਸਟੇਜ ਕਲੀਅਰ ਹੋਵੇ, ਸਪੈਸ਼ਲੀ ਪ੍ਰੀਲਿਮਸ, ਕਿਉਂਕਿ ਮੇਨਸ 'ਤੇ ਅਗਰ ਤੁਸੀਂ ਜਾਣਦੇ ਹੋ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕੁਐਸਚਨਸ ਕਿਵੇਂ ਆਉਂਦੇ ਆ, ਆਨਸਰ ਰਾਈਟਿੰਗ ਕਿਵੇਂ ਕਰਨੀ ਹੈ, ਇੰਪਰੂਵ ਕਿਵੇਂ ਕੀਤਾ ਜਾ ਸਕਦਾ ਹੈ, ਉਹ ਸਿੱਖਣ ਨੂੰ ਮਿਲਦਾ ਹੈ। ਅਗਰ ਪ੍ਰੀਲਿਮ ਸਟੇਜ 'ਤੇ ਹੀ ਫੇਲ ਹੋ ਜਾਓਗੇ ਦੈਨ ਇਟ ਇਜ਼ ਟੋਟਲ ਵੇਸਟੇਜ ਆਫ ਯੂਅਰ ਟਾਈਮ। ਠੀਕ ਹੈ ਜੀ, 2-2.5 ਸਾਲ ਬਾਅਦ ਪਹਿਲਾਂ ਹੀ ਪੇਪਰ ਆਉਂਦਾ ਹੈ। ਇਸੇ ਲਈ ਮੈਂ ਇਹੀ ਕਹੂੰਗੀ ਕਿ ਰੱਜ ਕੇ ਤਿਆਰੀ ਕਰੋ। ਦਿਸ ਟੈਸਟ ਸੀਰੀਜ਼ ਵਿਲ ਹੈਲਪ ਯੂ ਇਨ ਡੂਇੰਗ ਦੈਟ। ਪੰਜਾਬ ਸਪੈਸੀਫਿਕ ਕੁਐਸਚਨ ਇਸ 'ਚ ਡੈਡੀਕੇਟਿਡਲੀ ਪੁੱਛੇ ਜਾਣਗੇ ਤਾਂ ਕਿ ਤੁਹਾਡਾ ਪੰਜਾਬ ਦਾ ਸਾਰਾ ਸਿਲੇਬਸ ਕਵਰ ਹੋਵੇ ਅਤੇ ਤੁਹਾਡੀ ਇਹ ਡੈਡੀਕੇਟਿਡ ਪ੍ਰੈਪਰੇਸ਼ਨ ਕਰਾਏਗਾ। ਸੈਕਸ਼ਨਲ ਟੈਸਟ ਨੇ ਇਸ 'ਚ, ਜਿਵੇਂ ਕਿ ਪੋਲਿਟੀ, ਇਕੋਨਮੀ, ਸਭ ਚੀਜ਼ਾਂ ਦੇ ਪਹਿਲਾਂ ਸੈਕਸ਼ਨਲ ਟੈਸਟ ਹੋਣਗੇ ਤਾਂ ਕਿ ਤੁਸੀਂ ਇੱਕ ਸਬਜੈਕਟ ਜਿਹੜਾ ਹੈ ਹੌਲੀ ਹੌਲੀ ਅੱਧਾ ਅੱਧਾ ਕਰਕੇ ਰਿਵਾਈਜ਼ ਕਰ ਸਕੋ। ਠੀਕ ਹੈ, ਪੂਰਾ ਸਿਲੇਬਸ ਅਸੀਂ ਟੈਸਟ 'ਚ ਨਹੀਂ ਪਾਇਆ ਹੈ, ਅੱਧਾ ਅੱਧਾ ਕਰਕੇ ਡਿਸਟਰੀਬਿਊਟ ਕੀਤਾ ਹੋਇਆ ਹੈ। ਰਾਈਟ, ਅਤੇ ਫਿਰ ਫੁੱਲ ਲੈਂਥ ਟੈਸਟ ਵੀ ਹੋਣਗੇ, ਇੱਕ ਪੂਰਾ ਪੰਜਾਬ ਦਾ ਫੁੱਲ ਲੈਂਥ ਟੈਸਟ ਅਤੇ ਬਾਕੀ ਅਦਰ ਸਿਲੇਬਸ ਦਾ ਫੁੱਲ ਲੈਂਥ ਟੈਸਟ, ਤਾਂ ਕਿ ਤੁਹਾਡੀ ਕੰਪਰੀਹੈਂਸਿਵ ਤਿਆਰੀ ਦੀ ਵੀ ਚੈਕਿੰਗ ਹੋ ਸਕੇ। ਠੀਕ ਹੈ, 4 ਮਹੀਨੇ ਇਹ ਟੈਸਟ ਸੀਰੀਜ਼ ਅਗਰ ਤੁਸੀਂ ਡੈਡੀਕੇਟਿਡਲੀ ਫੋਲੋ ਕਰਦੇ ਹੋ ਐਂਡ ਪਰਫਾਰਮੈਂਸ ਜਿਹੜੀ ਹੈ ਇੰਪਰੂਵ ਕਰਦੇ ਰਹਿੰਦੇ ਹੋ, ਐਨਾਲਾਈਜ਼ ਕਰਦੇ ਰਹਿੰਦੇ ਹੋ ਕਿ ਤੁਹਾਡੀ ਪਰਫਾਰਮੈਂਸ ਕਿੱਥੇ ਲੈਗ ਕਰ ਰਹੀ ਹੈ, ਰਿਵੀਜ਼ਨ ਨੂੰ ਜਿਹੜਾ ਹੈ ਉਹ ਅੱਛੀ ਤਰੀਕੇ ਨਾਲ ਪੁੱਲ ਅਪ ਕਰਕੇ ਰੱਖਦੇ ਹੋ, ਦੈਨ ਆਈ ਐਮ ਡੈਫੀਨੇਟਲੀ ਸ਼ੋਰ ਕਿ ਤੁਸੀਂ ਐਗਜ਼ਾਮ ਕਰੈਕ ਕਰ ਪਾਓ। ਰਾਈਟ, ਇਹ ਤਾਂ ਪਹਿਲਾ ਕੋਰਸ ਹੋ ਗਿਆ। ਤੁਸੀਂ www.siddhipunjab ਤੇ ਜਾ ਕੇ ਦੇਖ ਸਕਦੇ ਹੋ, ਕੋਰਸਿਸ ਸੈਕਸ਼ਨ 'ਚ ਮਿਲ ਜਾਣਾ ਹੈ। ਇਫ ਨॉट, ਇਫ ਯੂ ਆਰ ਫਾਈਂਡਿੰਗ ਐਨੀ ਇਸ਼ੂਜ਼ ਦੈਨ ਜਸਟ ਮੈਸੇਜ ਅਸ ਐਟ ਦਿਸ ਨੰਬਰ 8837604500। ਵੀ ਵਿਲ ਬੀ ਦੇयर ਟੂ ਆਂਸਰ ਆਲ ਯੂਅਰ ਕੁਐਰੀਜ਼। ਤੁਹਾਨੂੰ ਕੋਈ ਵੀ ਅਸਿਸਟੈਂਸ ਹੋ, ਆਈ ਐਮ ਦੇयर ਟੂ ਹੈਲਪ ਯੂ। ਰਾਈਟ, ਸੈਕਿੰਡ ਕੋਰਸ ਜਿਹੜਾ ਮੈਂ ਅਗਲੇ ਮਹੀਨੇ ਹੀ ਲਾਂਚ ਕਰਨ ਵਾਲੀ ਹੈ ਦੈਟ ਇਜ਼ ਮੈਂਟਰਸ਼ਿਪ ਪ੍ਰੋਗਰਾਮ। ਆਲਦੋ ਇਹਦੀਆਂ ਮੈਂ ਸਾਰੀਆਂ ਡਿਟੇਲਸ ਵੀਡੀਓ ਬਣਾ ਕੇ ਤੁਹਾਡੇ ਨਾਲ ਕੱਲ੍ਹ ਜਾਂ ਪਰਸੋਂ ਤੱਕ, ਟਿਊਜ਼ਡੇ ਔਰ ਵੈਡਨਸਡੇ ਤੱਕ ਸ਼ੇਅਰ ਕਰ ਦਊਂਗੀ। ਰਾਈਟ, ਬਟ ਇਸ 'ਚ ਮੇਰਾ ਮੋਟਿਵ ਹੈ ਤੁਹਾਡੀ ਹੈਲਪ ਕਰਨਾ, ਉਹ ਬੱਚੇ ਜਿਹੜੀ ਨਵੀਂ ਤਿਆਰੀ ਸ਼ੁਰੂ ਕਰ ਰਹੇ ਹੈ ਜਾਂ ਉਹ ਬੱਚੇ ਜਿਹੜੇ ਕਦੇ ਤਿਆਰੀ ਕਰ ਰਹੇ ਹੈ ਬਟ ਉਹਨਾਂ ਨੂੰ ਰਿਜ਼ਲਟਸ ਨਹੀਂ ਮਿਲ ਰਹੇ। ਰਾਈਟ, ਸੋ ਇਹ ਬੇਸਿਕਲੀ ਹੈਂਡ ਹੋਲਡਿੰਗ ਪ੍ਰੋਗਰਾਮ ਹੋਏਗਾ। ਤੁਹਾਨੂੰ ਪੜ੍ਹਨਾ ਕਿਵੇਂ ਹੈ ਉਹ ਸਭ ਦੱਸਿਆ ਜਾਏਗਾ। ਟੈਸਟ ਸੀਰੀਜ਼ ਕਦੋਂ ਲਗਾਉਣੀ ਹੈ, ਕਿਵੇਂ ਲਗਾਉਣੀ ਹੈ, ਨਿਊਜ਼ਪੇਪਰ ਕਿਵੇਂ ਪੜ੍ਹਨਾ ਹੈ। ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਪੜ੍ਹਨਾ ਕਿੱਥੇ ਹੈ। ਅਸੀਂ 3-4 ਘੰਟੇ ਲਾਉਂਦੇ ਰਹਿੰਦੇ ਹਾਂ ਅਤੇ ਫਿਰ ਸਾਨੂੰ ਲੱਗਦਾ ਹੈ ਕਿ ਅਸੀਂ ਇੰਨਾ ਟਾਈਮ ਵੇਸਟ ਕਰ ਰਹੇ ਹਾਂ। ਉਹ ਟਾਈਮ ਟੇਕਨ ਔਨ ਨਿਊਜ਼ਪੇਪਰ ਕਿਵੇਂ ਰਿਡਿਊਸ ਕਰਨਾ ਹੈ, ਨਿਊਜ਼ਪੇਪਰ ਪੜ੍ਹ ਕੇ ਇਸ 'ਚੋਂ ਨੋਟਸ ਐਕਚੁਅਲੀ ਕਿਵੇਂ ਬਣਾਉਣੇ ਹੈ ਜਿਹੜੇ ਕਿ ਤੁਹਾਡੇ ਸਾਲ 2 ਸਾਲ ਤੱਕ ਜਿਹੜਾ ਪੇਪਰ ਹੋਣਾ ਹੈ ਉਹਦੇ ਵੀ ਤੁਹਾਡੇ ਕੰਮ ਆਉਣ। ਰਾਈਟ, ਡੇਲੀ ਬੇਸਿਸ 'ਤੇ ਨੋਟਸ ਕਿਵੇਂ ਬਣਾਉਣੇ ਨੇ, ਪ੍ਰੀਲਿਮਸ ਹੋਇਆ, ਮੇਨਸ ਹੋਇਆ, ਦੋਨਾਂ ਲਈ ਅਲੱਗ-ਅਲੱਗ ਨੋਟਸ ਕਿਵੇਂ ਬਣਾਉਣੇ ਨੇ, ਪ੍ਰੀਵੀਅਸ ਈਅਰ ਕੁਐਸਚਨਸ ਨੂੰ ਕਿਵੇਂ ਯੂਟੀਲਾਈਜ਼ ਕਰਨਾ ਹੈ। ਇਸ ਤਰੀਕੇ ਦੇ ਹੰਡਰਡਸ ਆਫ ਡਾਊਟਸ ਆਪਣੇ ਦਿਮਾਗ 'ਚ ਰਹਿੰਦੇ ਨੇ। ਤਾਂ ਇਸ ਮੈਂਟਰਸ਼ਿਪ ਪ੍ਰੋਗਰਾਮ ਦੇ ਵਿੱਚ 1-to-1 ਸੈਸ਼ਨਸ ਵੀ ਲਿੱਤੇ ਜਾਣਗੇ ਅਤੇ ਓਵਰਆਲ ਕਲਾਸਿਸ ਵੀ ਲਿੱਤੀ ਜਾਣਗੀਆਂ ਤੁਹਾਨੂੰ ਗਾਈਡੈਂਸ ਦੇਣ ਲਈ। ਇਫ ਯੂ ਆਰ ਇੰਟਰਸਟਿਡ, ਅਗੇਨ ਮੈਸੇਜ ਅਸ ਔਨ ਦਿਸ ਨੰਬਰ। ਇਹਦੇ ਲਈ ਐਨਰੋਲਮੈਂਟ ਵੀ ਤੁਹਾਡੇ ਕੱਲ੍ਹ ਜਾਂ ਪਰਸੋਂ ਤੱਕ ਜਿਹੜੀ ਹੈ ਸ਼ੁਰੂ ਹੋ ਜਾਏਗੀ। ਰਾਈਟ, ਇਟ ਵਿਲ ਬੀ ਅ ਪੇਡ ਕੋਰਸ ਐਂਡ 3 ਮੰਥ ਇਹ ਕੋਰਸ ਕੰਟੀਨਿਊਸਲੀ ਚੱਲੇਗਾ ਬਿਕੋਜ਼ ਆਈ ਵਿਲ ਬੀ ਮੋਨੀਟਰਿੰਗ ਯੋਰ ਪਰਫਾਰਮੈਂਸ ਔਨ ਡੇਲੀ ਬੇਸਿਸ। ਰਾਈਟ, 1-to-1 ਸੈਸ਼ਨਸ ਦੇ ਥਰੂ ਐਂਡ ਲਿਮਿਟਡ ਸੀਟਸ ਵੁੱਡ ਬੀ ਦੇयर ਕਿਉਂਕਿ ਪਰਸਨਲਾਈਜ਼ਡ ਅਟੈਂਸ਼ਨਸ ਆਈ ਵਿਲ ਹੈਵ ਟੂ ਗਿਵ ਟੂ ਐਵਰੀ ਸਟੂਡੈਂਟਸ। ਤਾਂ ਜ਼ਿਆਦਾ ਬੱਚੇ ਆਈ ਵੋਂਟ ਬੀ ਟੇਕਿੰਗ ਇਨ ਟੂ ਦਿਸ ਪ੍ਰੋਗਰਾਮ। ठीक है जी, तो इसीलिए जल्दी तो जल्दी मैसेज करो टू बुक योर सीट एज अर्ली एज पॉसिबल। You will get to know the fee structure and schedule of the classes in a day or two. ਰਾਈਟ, ਤਾਂ ਅੱਜ ਦੇ ਜਿਹੜੇ ਟੌਪਿਕਸ ਹੈ, ਅੱਜ ਕੁਝ ਜ਼ਿਆਦਾ ਖਾਸ ਨਿਊਜ਼ 'ਚ ਨਹੀਂ ਹੈ। ਇਹ 2 ਆਈਟਮ ਸੀਗੀਆਂ ਜਿਹੜੀਆਂ ਆਪਣੇ ਐਗਜ਼ਾਮ 'ਚ ਕੰਮ ਆ ਸਕਦੀਆਂ। ਸੋ ਦਿਸ ਆਈ ਵਿਲ ਬੀ ਡਿਸਕਸਿੰਗ ਪੰਜਾਬ ਗਵਰਨਮੈਂਟ ਟੂ ਮੋਡਰਨਾਈਜ਼ ਸੈਕੰਡਰੀ ਹੈਲਥ ਕੇਅਰ ਇੰਸਟੀਟਿਊਸ਼ਨਸ। ਹੈਲਥ ਦੇ ਸੈਕਟਰ 'ਚ ਪੰਜਾਬ ਗਵਰਨਮੈਂਟ ਹੈਜ਼ ਅੰਡਰਟੇਕਨ ਦਿਸ ਨਿਊ ਇਨੀਸ਼ੀਏਟਿਵ। ਇਟ ਵਾਂਟਸ ਟੂ ਅੰਡਰਟੇਕ ਦਿਸ ਇਨੀਸ਼ੀਏਟਿਵ। ਇਹਨੂੰ ਦੇਖ ਲਵਾਂਗੇ। ਐਂਡ ਫਸਟ ਸਿੰਥੈਟਿਕ ਹਿਊਮਨ ਐਮਬਰੀਓ ਮੋਡਲ ਕ੍ਰੀਏਟਿਡ। ਰਾਈਟ, ਇਹ ਐਕਚੁਅਲੀ ਲਾਸਟ ਡਿਸਕਸ਼ਨ ਜਿਹਦੀ ਕਿ ਆਡੀਓ
रिकॉर्ड नहीं हो पाई सी, जिवें मैं तुहानूं दस्सिया उस दिन मैं काफ़ी बिजी सी, मीटिंग्स एंड ऑफिशियल वर्क्स काफ़ी ज़्यादा सी, बट स्टिल आई वॉन्टेड टू गिव यू द वीडियो। तो मैंने 30 मिनट या मतलब अद्धा घंटा कढ़ के तुहाडे लई वीडियो बनाई, बट अनफॉर्चुनेटली जब मैं वीडियो दोबारा सुनन लगी दैन आई रियलाइज्ड कि ओहदी ऑडियो मिसिंग है, कुछ माइक वगैरह का इशू हो गया सी। ठीक है जी, तो ये टॉपिक वैसे मैंने उस डिटेल कवर किया, काफ़ी इंपॉर्टेंट टॉपिक है, बट ये अगेन न्यूज़ च सीगा, तो आई एम रीइंट्रोड्यूसिंग इट हेयर। तो ये बेसिक्स भी डिस्कस कर लवांगे। ये काफ़ी इंपॉर्टेंट है, साइंस एंड टैक्नोलॉजी मेन्स के पार्ट तो इवन प्रीलिम्स च पूछा जा सकता है। स्पैशली स्टेम सैल टैक्नोलॉजी बहुत ही ज़्यादा इंपॉर्टेंट है। आई वुड वॉन्ट यू ऑल कि आपदे साइंस एंड टैक के पार्ट विच ये बेसिक्स जिहड़े कवर करो। आई कैन नॉट टीच यू द बेसिक्स क्योंकि ये काफ़ी डिटेल्ड ते थियोरैटिकल पोर्शन है, इत्थे मैं ये नहीं पढ़ा सकती, बट ये एज अ स्टूडेंट तुसी जरूर कवर करना है आपदे GS पेपर 4 साइंस एंड टैक्नोलॉजी लई। ये ते क्वेश्चन काफ़ी पूछे जाने की संभावना है, स्पैशली पंजाब PCS च साइंस एंड टैक्नोलॉजी का पार्ट काफ़ी डिफिकल्ट पूछा जाता है। आई वुड से एच टैक्नोलॉजीज पूछिया जांदियां जिहड़ियां आपां नूं जनरल नॉलेज च नहीं पता होंदियां, सो आई वुड से बी प्रिपेयर्ड फॉर दिस। राइट, लेट्स सी फर्स्ट टॉपिक, पंजाब गवर्नमेंट टू मॉडर्नाइज सेकेंडरी हेल्थ केयर इंस्टीट्यूशंस ओवर विद कॉस्ट ओवर 400 करोड़। तो देखो जी, अपने चीफ मिनिस्टर भगवंत मान ने रीसेंटली अनाउंस किया है कि पंजाब के जिहड़े सेकेंडरी हैल्थ केयर इंस्टीट्यूशनस है उन्होंने मॉडर्नाइज किया जाएगा। राइट, सेकेंडरी हैल्थ केयर क्या होंदा है? देखो, पंजाब पूरे इंडिया दे विच हैल्थ केयर जिहड़ी है वो काफ़ी लैवल्स ते डिवाइड की गई है। प्राइमरी हैल्थ केयर इंस्टीट्यूशनस, राइट, 1 डिग्री मतलब प्राइमरी शॉर्ट फॉर्म है, राइट। प्राइमरी हैल्थ केयर सेंटर्स ये यूजली विलेज लैवल ते एग्जिस्ट करते हैं, ठीक है, जिथे थोड़ी पॉपूलेशन होंदी है उत्थे प्राइमरी सारे नालों ग्रास रूट लैवल ते जिवें आपां कह सकते हैं ये फर्स्ट एरिया है जिथे अपने लोगों नूं, अपनी जनता नूं हैल्थ केयर फैसिलिटीज़ मिलदियां हैं। काफ़ी लोग जिहड़े विलेज साइड ते विजिट करते हैं या रहिंदे भी ने उन्हां नूं प्राइमरी हैल्थ केयर सेंटर्स बारे पता होना है, राइट। इस तो बाद उत्ते कम्यूनिटी हैल्थ केयर सेंटर्स आते हैं एंड टर्शरी हैल्थ केयर सेंटर्स आते हैं, राइट। इट इज़ काइंड ऑफ लैवल, जिन्नी एडवांसड तुहानूं हैल्थ केयर सर्विसिज चाहिए हैं उवें लैवल नाल बढ़दियां रहिंदियां हैं, राइट। सो हुण अपने चीफ मिनिस्टर क्या कह रहे हैं कि सेकेंडरी लैवल ते जिहड़ा है हैल्थ केयर नूं स्ट्रोंग किया जाएगा, राइट। इत्थे होर इंफ्रास्ट्रक्चर लियाया जाए, होर डॉक्टर्स लियाए जान, एंबूलेंसिस बनाईयां जान, ब्लड बैंक्स लियाए जान, राइट। ये सब करन लई पैसा चाहिए है। इसे लई अपने CM कह रहे हैं कि असी 400 करोड़ रुपया इस लैवल की हैल्थ केयर नूं इंप्रूव करन लई करांगे, राइट। सो दिस इज़ वॉट द चीफ मिनिस्टर हैज़ डिकलेयर्ड, ठीक है जी। जिहड़े आह कम्यूनिटी हैल्थ सेंटर्स वगैरह होंदे ने ये डिस्ट्रिक्ट लैवल ते होंदे है या सब डिविजनल लैवल ते होंदे है, जिवें तुसीं कह सकते हो, राइट। डिविजन आई होप यू अंडरस्टैंड, कल परसों भी दस्सिया सी, उस मैं डिविजन नहीं दस्सिया सी, इसलिए मैं दसदी हाँ इत्थे। देखो, सारे नालों वड्डा पोलीटिकल यूनिट हुंदा एक कंट्री, राइट। उहदे विच स्टेट्स हुंदियां हैं, स्टेट्स दे विच काफ़ी सारी डिविजनस हो सकदियां हैं, जिवें 5-6 डिविजनस हो गईयां। हर डिविजन विच 2-4 डिस्ट्रिक्ट्स हो सकते हैं, राइट। 2-4 डिस्ट्रिक्ट्स नूं मिला के एक डिविजन बनती है, कहने का मतलब है। डिविजन तो बाद डिस्ट्रिक्ट तो बाद आता है ब्लॉक, ब्लॉक तो बाद आता है विलेज, तो इनू याद रखना है, ठीक है। तो जिहड़े तुहाडे प्राइमरी हैल्थ केयर सेंटर्स है वो इस लैवल ते मिलणगे तुहानूं। विलेजिस विच यूजली प्राइमरी हैल्थ केयर सेंटर्स हुंदे है, राइट, विलेज या ब्लॉक लैवल ते। डिस्ट्रिक्ट से सब डिविजन लैवल ते इस लैवल ते तुहानूं कम्यूनिटी हैल्थ सेंटर्स मिल जाते हैं, राइट। इस तो उत्ते तुहानूं जिहड़ा है टर्शरी हैल्थ सेंटर्स मिल जाएंगे, ठीक है। इस तरीके नाल फॉलो करता है, राइट। सो इन्हां विच 400 करोड़ रुपया लाया जाएगा। बेसिकली एम गवर्नमेंट का यही है कि लोगों को क्वालिटी हैल्थ सर्विस मिले गवर्नमेंट हॉस्पिटल विच, ताकि उन्होंने पैसे जिहड़े है वो प्राइवेट हस्पतालों विच खत्म ना होंदे रहन, राइट। तुहानूं ये जानना बहुत जरूरी है कि पूरे इंडिया दे विच हैल्थ केयर ते काफ़ी ज़्यादा एक्सपेंडिचर पूरा इंडिया करता है, पूरी इंडिया की पॉपूलेशन करता है, राइट। तो 67% तो ज़्यादा जिहड़ा एक्सपेंडिचर है वो असी अपनी जेब विचों ही लाने हैं। मतलब ना साडे कोल हैल्थ इंश्योरेंस है, ना साडे कोल गवर्नमेंट की सपोर्ट है, ना असी गवर्नमेंट हॉस्पिटल्स जाने हैं क्योंकि असी उन्हां दी क्वालिटी ते विश्वास नहीं करते, राइट। तो ये बहुत ज़रूरी है कि ये खर्चा घटाया जाए, क्योंकि अगर आप हैल्थ केयर ते एक्सपेंडिचर लोगों का घटा सकते हैं दैट विल मीन कि वो ज़्यादा पैसा बचा पाएंगे, उन्हां दी सेविंग्स ज़्यादा होणगियां एंड इट विल गिव अस
ਅਗਰ ਸੇਵਿੰਗਸ ਇੱਕ ਪਰਿਵਾਰ ਦੀਆਂ ਜ਼ਿਆਦਾ ਹੈ ਤਾਂ ਹੋ ਸਕਦਾ ਬੱਚਿਆਂ ਦੀ ਐਜੂਕੇਸ਼ਨ ਤੇ ਲਾਇਆ ਜਾਵੇ, ਘਰ ਦੀ ਹੈਲਥ ਤੇ ਪੈਸਾ ਲਾਇਆ ਜਾਵੇ, ਨਿਊਟ੍ਰੀਸ਼ਨ ਤੇ ਲਾਇਆ ਜਾਵੇ। ਤਾਂ ਕਹਿਣ ਦਾ ਮਤਲਬ ਹੈ ਅਗਰ ਸੇਵਿੰਗਸ ਜ਼ਿਆਦਾ ਹੈ ਤਾਂ ਘਰ ਦੀ ਹਾਲਤ ਜਿਹੜੀ ਹੈ ਉਹ ਸਹੀ ਹੋਏਗੀ, ਘਰ ਦੇ ਬੱਚੇ ਜਿਹੜੇ ਆ ਸਹੀ ਡਿਵੈਲਪ ਹੋਣਗੇ, ਰਾਈਟ। ਇਸੇ ਲਈ ਹੈਲਥ ਕੇਅਰ ਤੇ ਐਕਸਪੈਂਡੀਚਰ ਘਟਾਉਣਾ ਬਹੁਤ ਜ਼ਰੂਰੀ ਹੈ। ਤਾਂ ਇਹੀ ਪੰਜਾਬ ਗਵਰਨਮੈਂਟ ਦਾ ਮੋਟਿਵ ਹੈ, ਕੁਆਲਿਟੀ ਹੈਲਥ ਕੇਅਰ ਐਟ ਮਿਨੀਮਮ ਕੋਸਟ ਪ੍ਰੋਵਾਈਡ ਕਰਨੀ। ਠੀਕ ਹੈ ਜੀ। ਨੈਕਸਟ ਟॉपिक करते हैं, वेरी इंपॉर्टेंट, फर्स्ट सिंथेटिक ह्यूमन एम्ब्रियो मॉडल क्रिएटेड फ्रॉम स्टेम सेल्स, राइट। ਹੁਣ ਦੇਖੋ ਸਟੈਮ ਸੈੱਲ ਤੁਹਾਨੂੰ ਪੜ੍ਹਨਾ ਪੜੇਗਾ, ਬਹੁਤ ਇੰਪੋਰਟੈਂਟ ਟੌਪਿਕ ਹੈ। ਬੇਸਿਕਲੀ ਸਟੈਮ ਸੈੱਲ ਕਿਆ ਹੁੰਦਾ, ਜਿਵੇਂ ਨਾਮ ਕਹਿ ਰਿਹਾ ਹੈ ਸਟੈਮ, ਇਹ ਇਹੋ ਜਿਹੇ ਸੈੱਲਸ ਹੁੰਦੇ ਨੇ, ਅਨਡਿਫਰੈਂਸ਼ੀਏਟਿਡ ਸੈੱਲਸ ਹੁੰਦੇ ਨੇ ਜਿਨ੍ਹਾਂ ਦੀ ਕਪੈਸਿਟੀ ਹੈ ਟੂ ਕ੍ਰੀਏਟ ਐਨੀ ਟਾਈਪ ਆਫ ਸੈੱਲ ਔਰ ਔਰਗਨ ਫਰੋਮ ਦੀ ਹਿਊਮਨ ਬੋਡੀ, ਰਾਈਟ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਜੜ ਨੇ, ਇਹਨਾਂ ਤੋਂ ਆਪਾਂ ਕੋਈ ਵੀ ਟਾਈਪ ਦਾ ਸੈੱਲ ਜਾਂ ਕੋਈ ਵੀ ਟਾਈਪ ਦਾ ਸੈੱਲ ਤੇ ਹਿਊਮਨ ਆਰਗਨ ਕ੍ਰੀਏਟ ਕਰ ਸਕਦੇ ਹੈ। ਕਿਡਨੀ, ਲਿਵਰ, ਇਹ ਜਿਵੇਂ ਤੁਸੀਂ ਪਿਕਚਰ 'ਚ ਦੇਖ ਰਹੇ ਹੋ, ਇਹ ਸਭ ਸ਼ੋ ਕੀਤਾ ਹੈ ਕਿ ਕਿਵੇਂ ਆਪਾਂ ਸਟੈਮ ਸੈੱਲ ਤੋਂ ਇਹ ਸਭ ਕ੍ਰੀਏਟ ਕਰ ਸਕਦੇ ਹਾਂ, ਰਾਈਟ। ਹੁਣ ਸਟੈਮ ਸੈੱਲ ਤੇ ਕਾਫੀ ਰਿਸਰਚ ਚੱਲਦੀ ਰਹਿੰਦੀ ਹੈ। UPSC 'ਚ ਆਲਰੇਡੀ 2 ਵਾਰ ਸਾਇੰਸ ਐਂਡ ਟੈਕ ਦੇ ਪੋਰਸ਼ਨ 'ਚ ਸਟੈਮ ਸੈੱਲ ਥੈਰੇਪੀ ਤੇ ਕੁਐਸਚਨ ਆ ਚੁੱਕਿਆ। ਤਾਂ ਆਈ ਵੁੱਡ ਰਿਕੁਐਸਟ ਯੂ ਕਿ ਸਟੈਮ ਸੈੱਲ ਥੈਰੇਪੀ ਤੇ ਡਿਟੇਲਡ ਨੋਟਸ ਆਪਦੇ ਕੋਲ ਬਣਾ ਲਓ। ਵਾਟ ਇਜ਼ ਸਟੈਮ ਸੈੱਲ ਥੈਰੇਪੀ, ਇਹਦੇ ਡਿਫਰੈਂਟ टाइप्स ऑफ सेल्स क्या होंगे है, प्लूरीपोटेंट, टोटीपोटेंट, ये सब, क्योंकि ये प्रीलिम्स से भी पूछा जा सकता है, मेंस से भी, राइट। सो मेक अ डिटेल्ड नोट्स ऑन दिस टॉपिक। यू कैन आइदर यूज NCERT अलॉन्ग विद योर गूगल, राइट। अगर तुसी कोचिंग लै चुके हो तो कोचिंग मटीरियल च इट इज़ लाइकली कि ये प्रेजेंट होवे, अगर नहीं प्रेजेंट है दैन अगेन गूगल बाबा, राइट, दैट यू कैन यूज। ठीक है जी। हुण देखो एम्ब्रीओ, you might have read when you were young that embryo किमें फॉर्म ਹੁੰਦਾ है, sperm, human या male sperm ਆਪਾਂ ਕਹਿ ਸਕਦੇ हैं and female egg, they combine to give rise to embryo, right। सीड ਦੀ ਤਰ੍ਹਾਂ ਹੁੰਦਾ ਹੈ which will give rise to the human baby। ਪਹਿਲਾ fetus ਬਣਦਾ ਹੈ and then organs बनने develop ਹੁੰਦੇ ਹੈ and from there a complete human child is formed। ਇਹ usual process ਹੈ human create ਕਰਨ ਦਾ, you can say, राइट। ਹੁਣ ਇਹ ਐਕਸਪੈਰੀਮੈਂਟ ਵਿੱਚ ਕਿਆ ਕੀਤਾ ਗਿਆ ਹੈ ਕਿ ਇਹੀ ਐਂਬਰੀਓ ਕ੍ਰੀਏਟ ਕੀਤਾ ਗਿਆ ਹੈ ਬਟ ਵਿਦਆਊਟ ਯੂਜ਼ਿੰਗ ਸਪਰਮ ਐਂਡ ਐਗ, ਰਾਈਟ। ਇਸ 'ਚ ਸਪਰਮ ਐਂਡ ਐਗ ਨਹੀਂ ਯੂਜ਼ ਕੀਤੇ ਗਏ, ਰਾਦਰ ਇਹ ਸਿੰਥੈਟਿਕਲੀ ਬਣਾਇਆ ਗਿਆ ਹੈ ਸਟੈਮ ਸੈੱਲ ਤੋਂ। ਜਿਵੇਂ ਆਪਾਂ ਕਿਹਾ ਸਟੈਮ ਸੈੱਲ ਕੈਨ ਮੇਕ ਐਨੀਥਿੰਗ, ਰਾਈਟ, ਐਨੀ ਆਰਗਨ, ਐਨੀ ਸੈਲਸ। ਤਾਂ ਸਟੈਮ ਸੈਲਸ ਯੂਜ਼ ਕਰਕੇ ਸਾਇੰਟਿਸਟ ਨੇ ਹੁਣ ਇੱਕ ਐਂਬਰੀਓ ਕ੍ਰੀਏਟ ਕੀਤਾ ਹੈ, राइट। ਹੁਣ ਇਹ ਸਮਝਣਾ ਇੱਥੇ ਬਹੁਤ ਜ਼ਰੂਰੀ ਹੈ that this is not similar to the actual human embryo, ਠੀਕ ਹੈ। ਇਹ ਕੰਪਲੀਟਲੀ ਸੇਮ ਨਹੀਂ ਹੈ ਬਟ ਥੋੜੀ ਥੋੜੀ ਕੁਆਲਿਟੀਜ਼ ਇਹਦੀਆਂ ਸਿਮਿਲਰ ਹੈ ਟੂ ਦੈਟ ਐਂਬਰੀਓ। ਇਹ ਵਾਲੇ ਸਿੰਥੈਟਿਕ ਐਂਬਰੀਓ ਤੋਂ ਤੁਸੀਂ ਬੱਚਾ ਨਹੀਂ ਬਣਾ ਸਕਦੇ, ਦਿਸ ਵਿਲ ਨਾਟ ਗਿਵ ਰਾਈਜ਼ ਟੂ ਹਿਊਮਨ ਚਾਈਲਡ ਰਾਈਟ ਨਾਓ, ਰਾਈਟ। ਜਿੰਨੀ ਕੁ ਹਜੇ ਤੱਕ ਸਾਇੰਟਿਫਿਕ ਪ੍ਰੋਗਰੈਸ ਹੋਈ ਹੈ, ਇਸ ਸਿੰਥੈਟਿਕ ਐਂਬਰੀਓ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਸਾਇੰਟਿਫਿਕ ਰਿਸਰਚ ਵਗੈਰਾ ਲਈ, ਕਿਉਂਕਿ ਇਟ ਇਜ਼ similar to human embryo, similar, same, कुछ प्रॉपर्टीज ਇਹਦੀਆਂ ਸੇਮ ਹੈ। ਤਾਂ ਇਸੇ ਲਈ ਜ਼ਿਆਦਾ ਰਿਸਰਚ ਪਰਪਸ ਲਈ, ਸਟੱਡੀ ਕਰਨ ਲਈ, ਫੀਟਸ ਦੀ ਡਿਵੈਲਪਮੈਂਟ ਦੇਖਣ ਲਈ, ਜੈਨੇਟਿਕ ਡਿਸੀਜ਼ਸ ਨੂੰ ਦੇਖਣ ਲਈ, ਮਿਸਕੈਰੇਜਸ ਦੇ ਕਾਰਨਾਂ ਨੂੰ ਲੱਭਣ ਲਈ ਇਹ ਸਿੰਥੈਟਿਕ ਐਂਬਰੀਓ ਆਪਣੇ ਕੰਮ ਆ ਸਕਦਾ ਹੈ। ਇਹਦੇ ਉੱਤੇ ਆਪਾਂ ਰਿਸਰਚ ਐਕਸਪੈਰੀਮੈਂਟੇਸ਼ਨ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿ ਹਿਊਮਨ ਦਾ ਫੀਟਸ ਕਿਵੇਂ ਡਿਵੈਲਪ ਹੁੰਦਾ ਹੈ। ਇੱਥੇ ਹਜੇ ਤੱਕ ਕੋਈ ਜ਼ਿਆਦਾ ਨੋ ਹਾਊ ਨਹੀਂ ਹੈ, ਸਾਇੰਟਿਸਟ ਨੂੰ ਵੀ ਇੱਥੇ ਜ਼ਿਆਦਾ ਇਸ ਲੈਵਲ 'ਤੇ ਜ਼ਿਆਦਾ ਜੋ ਹੈ ਜਾਣਕਾਰੀ ਨਹੀਂ ਹੈ, ਕਿਉਂਕਿ ਐਥੀਕਲ ਰੀਜ਼ਨਸ ਕਰਕੇ ਜ਼ਿਆਦਾ ਰਿਸਰਚ ਹਿਊਮਨ ਐਂਬਰੀਓ 'ਤੇ ਅਲਾਉ ਨਹੀਂ ਕੀਤੀ ਜਾਂਦੀ। ਹਿਊਮਨ ਐਂਬਰੀਓ ਮਤਲਬ ਕਿਆ ਹੈ, ਇਹ ਬੱਚਾ ਹੀ ਹੈ ਇੱਕ ਜਿਹੜਾ ਕਿ ਹਜੇ ਡਿਵੈਲਪ ਨਹੀਂ ਹੋਇਆ। ਤਾਂ ਓਬਵੀਅਸਲੀ ਇਹ 'ਤੇ ਐਕਸਪੈਰੀਮੈਂਟੇਸ਼ਨ ਕਿਵੇਂ ਕੀਤੀ ਦੇ ਸਕਦੇ ਨੇ। ਤਾਂ ਰਿਲੀਜੀਅਸ ਐਥੀਕਲ ਰੀਜ਼ਨਸ ਦੀ ਵਜ੍ਹਾ ਤੋਂ ਮੈਡੀਕਲ ਐਥਿਕਸ ਵਿੱਚ ਇਹਨਾਂ 'ਤੇ ਟੈਸਟ ਕਰਨਾ ਅਲਾਉਡ ਨਹੀਂ ਹੈ। ਤਾਂ ਇਸੇ ਲਈ ਹੁਣ ਜਦੋਂ ਇਹ ਸਿੰਥੈਟਿਕ ਐਂਬਰੀਓ ਬਣਿਆ ਹੈ, although ਇੱਥੇ ਵੀ ethical issues ਤਾਂ ਰਹਿਣਗੇ but still research will be allowed on these synthetic embryos। 14 ਦਿਨ ਤੱਕ ਇਹਨਾਂ ਤੇ ਰਿਸਰਚ ਕੀਤੀ ਜਾ ਸਕਦੀ ਹੈ। so scientists can use this synthetic embryo to research and study the process of human birth and various complications that come during the human birth, ਜਿਹਦੀ ਵਜ੍ਹਾ ਤੋਂ ਡੈਥਸ ਹੁੰਦੀਆਂ ਹੈ, ਡਿਸੀਜ਼ਸ ਪ੍ਰੋਡਿਊਸ ਹੁੰਦੀਆਂ ਹੈ ਹਿਊਮਨ ਚਾਈਲਡ ਵਿੱਚ।
राइट। सो ਇਹਦਾ ਸਿਗਨੀਫੀਕੈਂਸ ਇਹੀ ਹੈ, ਇਟ ਵਿਲ ਹੈਲਪ ਅਸ ਇਨ ਰਿਸਰਚ ਐਂਡ ਡਿਵੈਲਪਮੈਂਟ, ਬਹੁਤ ਸਾਰੀ ਡਿਸੀਜ਼ਸ ਦਾ, ਮਿਸਕੈਰੇजेस ਦਾ ਕਾਰਨ ਫਾਈਂਡ ਆਊਟ ਕਰਨ 'ਚ ਹੈਲਪ ਕਰੇਗਾ, ਜਿੰਨਾ ਕਰਕੇ ਆਪਾਂ ਉਹਨਾਂ ਨੂੰ ਰੋਕ ਪਾਵਾਂਗੇ, ਡਿਵੈਲਪਮੈਂਟ ਪ੍ਰੋਸੈਸ ਨੂੰ ਡੀਪਲੀ ਸਟੱਡੀ ਕਰਨ 'ਚ ਹੈਲਪ ਕਰੇਗਾ। ਰਾਈਟ। ਨਾਓ ਸਟਿਲ ਕੰਸਰਨਸ ਉਹੀ ਹੈ ਕਿ ਐਥੀਕਲ ਮੋਰਲ ਸਟੈਂਡਰਡਸ ਇਸ ਰਿਸਰਚ ਵਿੱਚ ਫੋਲੋ ਕੀਤੇ ਜਾਣਗੇ ਕਿ ਨਹੀਂ। ਰਾइट। सो ये आप कंसर्नस लिख सकते हैं। अगे जाके क्या किया जा सकता है, देखो रिसर्च एंड डेवलपमेंट तो बहुत ज़रूरी है, जिन्ना साइंस अगे बढ़ेगी उन्नी ही ह्यूमन प्रॉब्लम्स नू सॉल्व करन दे वो काम आएगी। राइट। सो साइंस च रिसर्च एंड डेवलपमेंट तो ज़रूरी है, बट इस एथिक्स मेनटेन करना भी ज़रूरी है। राइट। गलत तरीके नाल टेक्नोलॉजी नू यूज़ ना किया जाए। ठीक है। तो इसलिए क्या किया जा सकता है कि आप लीगल मैजर्स लै सकते हैं कि एक प्रॉपर स्ट्रिंजेंट लॉ बनाया जाए टू कर्ब माल प्रैक्टिसेस इन दिस स्टेम सेल रिसर्च। ठीक है जी, ये अगे जाके किया जा सकता है। राइट। दिस इज़ ऑल अबाउट दिस न्यूज़, इनू ध्यान नाल पढ़ लियो। स्टेम सैल के बेसिक्स तुहानू गूगल तो पढ़ने पैने हैं, उस तो बाद इस ते सिंथेटिक ह्यूमन एम्ब्रियो ते प्लीज़ मेक नोट्स फ्रॉम दिस, इट इज़ गोइंग टू बी वेरी वेरी सिग्निफिकेंट, हाईली लाइकली है कि ये तो क्वेश्चन आ जाए। एंड स्पैशली अगर ये अगे आने वाले महीनों च भी रिपीट होंदा रहा, न्यूज़ विच दोबारा आंदा रहा है तो होर प्रोग्रैस होंदी रही, तो फिर डेफिनेटली आएगा। हजे तो एक बारी अपीयर होया है, मे बी लैस लाइकली, बट स्टेम सैल थैरेपीज़ ऑलवेज इंपॉर्टेंट, तो वो तो स्टैटिक क्वेश्चन आ सकता है। So do cover that, right? That is all for today. If you have any issue, any query you are facing with your preparation, just message us at this number, WhatsApp kar do. I'll be there to assist you, right? That is all. Thank you so much for watching.